ਮਾਣ ਮਹਿਸੂਸ ਹੋ ਰਿਹਾ ਹੈ ਇੰਡੀਆ ਵਿੱਚ ਰਹਿ ਕੇ ਕਿ ਵੀ ਹਾਂ ਹੁਣ ਆਪਣਾ ਦੇਸ਼ ਹੋਲਡ ਬਣਾ ਰਿਹਾ ਹੈ ਫੋਰਨ ਕੰਟਰੀਜ਼ ਦੇ ਉੱਤੇ। ਹੁਣ ਇੰਡੀਆ ਨੂੰ ਗਰੀਬ ਦੇਸ਼ ਜਾਂ ਪਿਛੜੇ ਹੋਏ ਦੇਸ਼ ਨਹੀਂ ਮੰਨਿਆ ਜਾਊਗਾ। ਫੀਲਿੰਗ ਇਹ ਬਹੁਤ ਵੱਡੀ ਚੀਜ਼ ਹੁੰਦੀ ਹੈ ਕਿ ਮੇਰੀ ਕਮਿਊਨਿਟੀ ਦਾ ਕੋਈ ਟੌਪ ਲੀਡਰ ਬੈਠਾ ਹੈ ਔਰ ਮੈਨੂੰ ਕਦੇ ਜ਼ਰੂਰਤ ਹੈ ਤਾਂ ਮੈਂ ਜਾ ਸਕਦਾ। ਇਹ ਆਪਦੇ ਆਪ 'ਚ ਫੀਲਿੰਗ ਜਿਹੜੀ ਹੈ ਨਾ ਬੜੀ ਫੁਲਫਿਲਮੈਂਟ ਤੇ ਬੜੀ ਸੈਟਿਸਫੈਕਸ਼ਨ ਦਿੰਦੀ ਆ। ਬਿਲਕੁਲ ਇਹ ਇੰਡੀਆ ਤੇ ਯੂਕੇ ਦੇ ਰਿਲੇਸ਼ਨਸ਼ਿਪ ਨੂੰ ਹੋਰ ਸਟਰੋਂਗ ਕਰੂਗਾ। ਇੰਡੀਆ ਦੀ ਇਕਨੋਮੀ ਵੀ ਇਸ ਨਾਲ ਸਟਰੋਂਗ ਹੋ ਸਕਦੀ ਹੈ। ਤਾਂ ਇਹ ਯੰਗਸਟਰ ਨੂੰ ਵੀ ਇੱਕ ਮੋਟੀਵੇਸ਼ਨ ਦਿੰਦਾ ਹੈ। ਜਿੱਥੇ ਕਿ ਕਿਹਾ ਜਾਂਦਾ ਸੀ ਇੰਡੀਅਨਸ ਆਰ ਨਾਟ ਅਲਾਉਡ। ਅੱਜ ਉੱਥੋਂ ਦੇ ਜਿਹੜੇ ਪੀਐਮ ਨੇ ਉਹ ਇੱਕ ਭਾਰਤ ਮੂਲ ਦਾ ਨੌਜਵਾਨ ਬਣਿਆ। ਰਿਸ਼ੀ ਸੁਨਕ ਹਾਲ ਹੀ ਦੇ ਵਿੱਚ ਯੂਕੇ ਦੇ ਪ੍ਰਾਈਮ ਮਿਨਿਸਟਰ ਬਣੇ ਨੇ। ਵੈਸੇ ਆਪਣੇ ਦੇਸ਼ ਵਾਸਤੇ ਬਹੁਤ ਵੱਡੀ ਮਾਣ ਵਾਲੀ ਗੱਲ ਹੈਗੀ ਹੈ ਕਿ ਆਪਣਾ ਇੰਡੀਅਨ ਓਰੀਜਨ ਦੇ ਕੋਈ ਬਣੇ ਹੈਗੇ ਆ ਪ੍ਰਾਈਮ ਮਿਨਿਸਟਰ, ਉਹਨਾਂ ਉੱਤੇ ਜਿਨ੍ਹਾਂ ਨੇ ਆਪਣੇ ਉੱਤੇ ਰਾਜ ਕੀਤਾ ਇੰਨੇ ਸਾਲ। ਅੱਜ ਆਪਾਂ ਉਹਨਾਂ ਦੇ ਵਿੱਚ ਜਾ ਕੇ ਆਪਣੇ ਪ੍ਰਾਈਮ ਮਿਨਿਸਟਰ ਬਣੇ ਹੈਗੇ, ਉੱਥੋਂ ਦੇ ਇੰਡੀਅਨ ਓਰੀਜਨ ਹੈਗੇ ਹੈ। ਮੈਂ ਹੁਣ ਕਹੂੰਗੀ, ਜ਼ਰੂਰ ਕਹੂੰਗੀ ਵੀ ਸੋਨੀਆ ਗਾਂਧੀ ਜੀ ਜਿਨ੍ਹਾਂ ਨੂੰ 40 ਸਾਲ ਹੋ ਗਏ ਇੰਡੀਆ ਦੇ ਵਿੱਚ ਰਹਿੰਦਿਆਂ ਨੂੰ, ਇੰਡੀਆ ਦੇ ਹੀ ਸਿਟੀਜ਼ਨ ਨੇ। ਆਪਾਂ ਉਹਨਾਂ ਨੂੰ ਜਦੋਂ ਕਿਸੇ ਟਾਈਮ 2004 ਦੇ ਵਿੱਚ ਪ੍ਰਧਾਨ ਮੰਤਰੀ ਬਣਾਉਣ ਦੀ ਗੱਲ ਆਈ ਸੀ, ਸੁਸ਼ਮਾ ਸਵਰਾਜ ਜੀ ਹੋਰ ਵੀ ਬੜੇ ਲੀਡਰਸ ਨੇ ਬਹੁਤ ਵਿਰੋਧ ਕੀਤਾ ਸੀਗਾ। ਜੇ ਆਪਾਂ ਕਿਸੇ ਹੋਰ ਦੇਸ਼ 'ਚ ਆਪਣੇ ਲੋਕਾਂ ਨੂੰ ਐਕਸੈਪਟ ਕਰ ਸਕਦੇ ਹਾਂ ਤਾਂ ਜਿਨ੍ਹਾਂ ਔਰ ਉਹ ਆਪਣੇ ਮੂਲ ਦੇ ਵੀ ਨਹੀਂ ਹੈ, ਇੰਡੀਅਨ ਸਿਟੀਜ਼ਨ ਵੀ ਨਹੀਂ ਹੈ, ਪਰ ਉਹ ਤਾਂ ਆਪਣੇ ਇੰਡੀਅਨ ਸਿਟੀਜ਼ਨ ਵੀ ਸੀਗੇ। ਸਾਰਾ ਕੁਝ ਉਹਨਾਂ ਨੇ ਸਾਂਭਿਆ ਤੇ ਆਪਾਂ ਨੂੰ ਆਪਣੇ ਘਰੇ ਵੀ ਉਹੀ ਪਾਲਿਸੀ ਮਤਲਬ ਉਹਨੂੰ ਐਕਸੈਪਟੈਂਸ ਦੇਣੀ ਚਾਹੀਦੀ ਹੈ। ਇੰਗਲੈਂਡ ਇੱਕ ਅਜਿਹਾ ਦੇਸ਼ ਜਿੱਥੇ ਕਿ ਕਿਹਾ ਜਾਂਦਾ ਸੀ ਇੰਡੀਅਨਸ ਆਰ ਨਾਟ ਅਲਾਉਡ। ਅੱਜ ਉੱਥੋਂ ਦੇ ਜਿਹੜੇ ਪੀਐਮ ਨੇ ਉਹ ਇੱਕ ਭਾਰਤ ਮੂਲ ਦਾ ਨੌਜਵਾਨ ਬਣਿਆ। ਰਿਸ਼ੀ ਸੁਨਕ ਹਾਲ ਹੀ ਦੇ ਵਿੱਚ ਯੂਕੇ ਦੇ ਪ੍ਰਾਈਮ ਮਿਨਿਸਟਰ ਬਣੇ ਨੇ। ਔਰ ਜੇ ਆਪਾਂ ਭਾਰਤ ਦੀ ਗੱਲ ਕਰ ਲਈਏ ਤਾਂ ਇੱਥੋਂ ਦੇ ਲੋਕਾਂ ਦੇ ਚਿਹਰਿਆਂ 'ਤੇ ਇੱਕ ਅਲੱਗ ਜਿਹੀ ਜਿਹੜੀ ਖੁਸ਼ੀ ਹੈ ਉਹ ਝਲਕ ਰਹੀ ਹੈ। ਅਸੀਂ ਪੰਜਾਬ ਦੇ ਲੋਕਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ ਕਿ ਉਹ ਕਿਸ ਤਰ੍ਹਾਂ ਦੇਖਦੇ ਨੇ ਇਸ ਸਬੱਬ ਨੂੰ, ਇਸ ਪੋਸੀਬਿਲਿਟੀ ਨੂੰ ਕਿ ਭਾਰਤ ਮੂਲ ਦਾ ਇੱਕ ਨੌਜਵਾਨ ਯੂਕੇ ਦੇ ਵਿੱਚ ਪ੍ਰਾਈਮ ਮਿਨਿਸਟਰ ਬਣਿਆ। ਔਰ ਬੁੱਧੀਜੀਵੀਆਂ ਦੇ ਨਾਲ ਅਸੀਂ ਗੱਲਬਾਤ ਕਰ ਰਹੇ ਹਾਂ। ਸਾਡੇ ਨਾਲ ਮੈਮ ਨੇ ਅੰਮ੍ਰਿਤ ਗਿੱਲ, ਤੇ ਗੱਲਬਾਤ ਕਰਦੇ ਹਾਂ, ਇਹਨਾਂ ਦੇ ਵਿਊਜ਼ ਜਾਣਦੇ ਹਾਂ ਕਿਸ ਤਰ੍ਹਾਂ ਦੇਖਦੇ ਨੇ ਇਸ ਸਾਰੇ ਮਾਮਲੇ ਨੂੰ। ਮੈਮ, ਕਿਸ ਤਰ੍ਹਾਂ ਦਾ ਫਿਊਚਰ ਦੇਖਦੇ ਹੋ ਤੁਸੀਂ ਯੂਕੇ ਐਂਡ ਇੰਡੀਆ ਦਾ? ਹੁਣ ਭਾਰਤ ਦਾ ਇੱਕ ਨੌਜਵਾਨ ਜਿਹੜਾ ਹੈਗਾ ਯੂਕੇ ਦੇ ਵਿੱਚ ਪ੍ਰਾਈਮ ਮਿਨਿਸਟਰ ਬਣਿਆ। ਸਭ ਤੋਂ ਪਹਿਲਾਂ ਤਾਂ ਰਿਸ਼ੀ ਸੁਨਕ ਜੀ ਨੂੰ ਬਹੁਤ-ਬਹੁਤ ਮੁਬਾਰਕਾਂ, ਵਧਾਈਆਂ। ਚੰਗੀ ਗੱਲ ਹੈ ਕਿ ਉਹਨਾਂ ਦਾ ਫਾਦਰਸ ਨੇ ਜਿਹੜੇ ਜੈਨੇਟਿਕਲੀ ਉਹ ਇੰਡੀਆ ਤੋਂ ਉਹਨਾਂ ਦੀਆਂ ਰੂਟਸ ਨੇ। ਗੁੱਡ ਹੈ, ਬਹੁਤ ਚੰਗਾ ਹੈ, ਪਰ ਇਹਨੂੰ ਆਪਾਂ ਬਹੁਤ ਜ਼ਿਆਦਾ ਹਾਈਪੋਥੈਟਿਕਲੀ ਦੇਖੀਏ ਵੀ ਇੰਡੀਆ ਅਤੇ ਯੂਕੇ ਦੇ ਰਿਲੇਸ਼ਨਸ ਦੇ ਵਿੱਚ ਆਪਾਂ ਕਹੀਏ ਕੋਈ ਪੋਲਿਸੀਜ਼, ਐਕਸਟਰਨਲ ਪੋਲਿਸੀਜ਼ 'ਚ ਕੁਛ ਬਹੁਤ ਮਾਈਂਡ ਬਲੋਇੰਗ ਕੋਈ ਇੰਡੀਆ ਨੂੰ ਬੈਨੀਫਿਟ ਮਿਲੇਗਾ, ਮੈਂ ਇਸ ਟਾਈਪ ਦਾ ਨਹੀਂ ਦੇਖਦੀ ਹੈਗੀ। ਸੋ ਉਹਨਾਂ ਦਾ ਫਾਦਰਸ ਨੇ ਜਿਹੜੇ ਤਕਰੀਬਨ 100 ਸਾਲ ਹੋ ਗਏ ਨੇ ਉਹਨਾਂ ਨੂੰ ਇੰਡੀਆ 'ਚੋਂ ਮੂਵ ਕੀਤਿਆਂ ਨੂੰ। ਐਂਡ ਰਿਸ਼ੀ ਸੁਨਕ ਜੀ ਦਾ ਲਗਾਈਏ ਤਾਂ ਉਹ ਬੌਰਨ ਬੌਟਅਪ ਯੂਕੇ ਦੇ ਹੀ ਨੇ। ਤੋ ਹਾਂ, ਉਹਨਾਂ ਦਾ ਇੱਕ ਲਿੰਕ ਇੰਡੀਆ ਦੇ ਨਾਲ ਜ਼ਰੂਰ ਹੈ ਕਿ ਉਹਨਾਂ ਦੀ ਵਾਈਫ ਹੈ ਜਿਹੜੀ ਇਨਫੋਸਿਸ ਦੇ ਕੋ-ਫਾਊਂਡਰਸ ਨੇ ਜਿਹੜੇ ਉਹਨਾਂ ਦੇ, ਹਾਂ ਮਿਸਟਰ ਮੂਰਤੀ ਉਹਨਾਂ ਦੇ ਡਾਟਰ ਨੇ। ਸੋ ਦੈਟ ਇਜ਼ ਅ ਗੁੱਡ ਸਾਈਨ। ਬਟ ਅਦਰਵਾਈਜ਼ ਵੀ ਇਸ ਤੋਂ ਪਹਿਲਾਂ ਵੀ ਉਹ ਮਿਨਿਸਟਰ ਸੀਗੇ ਤਾਂ ਉਹਨਾਂ ਦੀ ਸਟੇਟਮੈਂਟ ਵੀ ਆਈ ਹੈ ਫਾਈਨੈਂਸ ਮਿਨਿਸਟਰ ਦੀ ਯੂਕੇ ਤੋਂ ਕਿ ਅਸੀਂ ਫਸਟਲੀ ਪ੍ਰਾਇਓਰਿਟੀ ਆਪਣੇ ਬ੍ਰਿਟੇਨ ਦੇ ਇੰਟਰਸਟ ਨੂੰ ਦੇਖਾਂਗੇ, ਫਿਰ ਕੁਛ ਹੋਰ ਦੇਖਾਂਗੇ। ਤਾਂ ਮੈਂ ਉਮੀਦ ਕਰੂੰਗੀ ਕਿ ਉਹ ਭਾਰਤੀ ਮੂਲ ਦੇ ਹੈਗੇ ਨੇ, ਭਾਰਤ ਦੇ ਇੱਕ ਤਰੀਕੇ ਦੇ ਨਾਲ ਪੁੱਤ ਨੇ, ਲੌਂਗ ਬੈਕ ਪਰ ਜਵਾਈ ਨੇ, ਹੈ ਨਾ। ਅਤੇ ਕੋਈ FDI ਫੋਰਨ ਡਾਇਰੈਕਟ ਇਨਵੈਸਟਮੈਂਟ, FIIs ਇੰਸਟੀਟਿਊਸ਼ਨਲ ਇਨਵੈਸਟਮੈਂਟ ਦੇ ਵਿੱਚ, ਕੁਛ ਜੋਬ ਕ੍ਰੀਏਸ਼ਨ ਦੇ ਵਿੱਚ, ਜਿਵੇਂ ਰਿਸੈਸ਼ਨ ਚੱਲ ਰਿਹਾ ਹੈ ਤਾਂ ਉਹਦੇ ਵਿੱਚ ਉਮੀਦ ਕਰਾਂਗੇ ਕਿ ਉਹ ਇੰਡੀਆ ਦੀ ਸਪੋਰਟ ਕਰ ਸਕਣ। ਪਰ ਅੱਜ ਦੇ ਟਾਈਮ ਦੇ ਵਿੱਚ ਬ੍ਰਿਟੇਨ ਆਪਦੇ ਆਪ 'ਚ ਵੀ ਕ੍ਰਾਈਸਿਸ ਦੇ ਵਿੱਚ ਆ ਇਹ ਚੀਜ਼। ਸੋ ਸਭ ਤੋਂ ਪਹਿਲਾਂ ਬੰਦਾ ਆਪਦੇ ਘਰ ਨੂੰ ਸਵਾਰਦਾ ਹੈ ਤਾਂ ਉਹਨਾਂ ਦੀ ਪ੍ਰਾਇਓਰਿਟੀ ਉਹੀ ਹੋਏਗੀ। ਆਪਾਂ ਬਹੁਤ ਜ਼ਿਆਦਾ ਖੁਸ਼ ਹੋਈ ਜਾਈਏ, ਮਤਲਬ ਇਟਸ ਗੁੱਡ ਕਿ ਇੰਡੀਅਨ ਮੂਲ ਦੇ ਜਾਂ ਬੈਕਗਰਾਊਂਡ ਇੰਡੀਅਨ ਓਰੀਜਨ ਦੇ
ਪੀਪਲ ਆਰ ਲੀਡਿੰਗ ਐਟ ਡਿਫਰੈਂਟ ਨੇਸ਼ਨ, ਡਿਫਰੈਂਟ ਅੱਡ-ਅੱਡ ਜਗ੍ਹਾ 'ਤੇ ਨੇ। ਔਰ ਜਿਸ ਟਾਈਮ ਅੱਜ ਆਪਾਂ ਸੈਲੀਬ੍ਰੇਟ ਕਰ ਰਹੇ ਹਾਂ ਕਿ ਰਿਸ਼ੀ ਸੋਨਕ ਨੇ ਜਿਹੜੇ ਉਹ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬਣੇ ਨੇ, ਤੇ ਕਿਸੇ ਟਾਈਮ ਵਕਤ ਸੀਗਾ, ਮੈਂ ਹੁਣ ਕਹੂੰਗੀ, ਜ਼ਰੂਰ ਕਹੂੰਗੀ ਵੀ ਸੋਨੀਆ ਗਾਂਧੀ ਜੀ ਜਿਨ੍ਹਾਂ ਨੂੰ 40 ਸਾਲ ਹੋ ਗਏ ਇੰਡੀਆ ਦੇ ਵਿੱਚ ਰਹਿੰਦਿਆਂ ਨੂੰ, ਇੰਡੀਆ ਦੇ ਹੀ ਸਿਟੀਜ਼ਨ ਨੇ, ਆਪਾਂ ਉਹਨਾਂ ਨੂੰ ਜਦੋਂ ਕਿਸੇ ਟਾਈਮ 2004 ਦੇ ਵਿੱਚ ਪ੍ਰਧਾਨ ਮੰਤਰੀ ਬਣਾਉਣ ਦੀ ਗੱਲ ਆਈ ਸੀ, ਸੁਸ਼ਮਾ ਸਵਰਾਜ ਜੀ, ਹੋਰ ਵੀ ਬੜੇ ਲੀਡਰਸ ਨੇ ਬਹੁਤ ਵਿਰੋਧ ਕੀਤਾ ਸੀਗਾ। ਜੇ ਆਪਾਂ ਕਿਸੇ ਹੋਰ ਦੇਸ਼ 'ਚ ਆਪਣੇ ਲੋਕਾਂ ਨੂੰ ਐਕਸੈਪਟ ਕਰ ਸਕਦੇ ਹਾਂ ਤਾਂ ਜਿਨ੍ਹਾਂ, ਔਰ ਉਹ ਆਪਣੇ ਮੂਲ ਦੇ ਵੀ ਨਹੀਂ ਹੈ, ਇੰਡੀਅਨ ਸਿਟੀਜ਼ਨ ਵੀ ਨਹੀਂ ਹੈ, ਪਰ ਉਹ ਤਾਂ ਆਪਣੇ ਇੰਡੀਅਨ ਸਿਟੀਜ਼ਨ ਵੀ ਸੀਗੇ, ਸਾਰਾ ਕੁਝ ਉਹਨਾਂ ਨੇ ਸਾਂਭਿਆ, ਤੇ ਆਪਾਂ ਨੂੰ ਆਪਣੇ ਘਰੇ ਵੀ ਉਹੀ ਪਾਲਿਸੀ, ਮਤਲਬ ਉਹਨੂੰ ਐਕਸੈਪਟੈਂਸ ਦੇਣੀ ਚਾਹੀਦੀ ਹੈ। ਇੱਥੇ ਤਾਂ ਜੇ ਆਪਾਂ ਦੇਖੀਏ, ਤੁਸੀਂ ਸੋਨੀਆ ਗਾਂਧੀ ਜੀ ਦੀ ਗੱਲ ਕਰ ਰਹੇ ਹੋ, ਤਾਂ ਹੁਣ ਉੱਥੇ ਸਾਰੇ ਇਸ ਚੀਜ਼ ਨੂੰ ਐਕਸੈਪਟ ਕਰ ਰਹੇ ਨੇ ਔਰ ਐਪਰੀਸ਼ੀਏਟ ਵੀ ਕਰ ਰਹੇ ਨੇ। ਅੱਜ ਉਹਨਾਂ ਨੂੰ, ਰਿਸ਼ੀ ਸੋਨਕ ਜੀ ਨੂੰ, ਹੋਰ ਵੀ ਦੇਸ਼ਾਂ ਦੇ ਵਿੱਚੋਂ ਜਿਹੜੇ ਉੱਥੋਂ ਦੇ PMs ਨੇ ਜਾਂ ਪ੍ਰੈਜ਼ੀਡੈਂਟਸ ਨੇ, ਉਹ ਉਹਨਾਂ ਨੂੰ ਕੰਗ੍ਰੈਚੁਲੇਟ ਕਰ ਰਹੇ ਨੇ। ਪਰ ਜੇ ਆਪਾਂ ਇੰਡੀਆ ਦੀ ਗੱਲ ਕਰੀਏ ਤਾਂ ਇੱਥੇ ਜੇ ਮੰਨ ਲਓ ਬਾਹਰਲੇ ਕੋਈ ਰਾਜ ਤੋਂ, ਮੰਨ ਲਓ ਦਿੱਲੀ ਤੋਂ ਕੋਈ ਇੱਥੇ ਆ ਗਿਆ, ਤਾਂ ਉਹਦੇ ਉੱਪਰ ਵੀ ਸਵਾਲ ਚੁੱਕਦੇ ਆ, ਤਾਂ ਬਾਹਰਲਾ ਬੰਦਾ ਉਹਨੂੰ ਵੀ ਐਕਸੈਪਟ ਨਹੀਂ ਕਰਦੇ ਹੈ। ਦੇਖੋ, ਟੋਲਰੈਂਸ ਹੋਣੀ ਚਾਹੀਦੀ ਆ। ਕੋਈ ਦਿੱਲੀੋਂ ਆਇਆ ਜਾਂ ਕੋਈ ਜਿਹੜਾ ਜਿਸ ਏਰੀਏ, ਜੇ ਮੈਂ ਕਹਾਂ ਕੋਈ ਫੋਰਨ ਤੋਂ ਆ ਕੇ ਇੰਡੀਆ ਦੇ ਬੈਨੀਫਿਟ ਲਈ ਉਹਨੇ ਇੰਡੀਆ 'ਚ ਆਪਦਾ ਸਾਰਾ ਟਾਈਮ ਲਗਾਤਾ, ਤਾਂ ਆਪਾਂ ਨੂੰ ਉਹਨੂੰ ਇੰਡੀਆ ਦੇਖਣ ਦੀ ਜ਼ਰੂਰਤ ਹੈ। ਜੇ ਕੋਈ ਕਿਤੋਂ ਵੀ ਬਾਹਰੋਂ ਵੀ ਦਿੱਲੀੋਂ ਆ ਕੇ ਅਸਲੀ ਦੇ ਵਿੱਚ ਜੇ ਪੰਜਾਬ ਦਾ ਭਲਾ ਕਰਦਾ, ਤਾਂ ਫਿਰ ਪੰਜਾਬ ਵਾਲਿਆਂ ਨੂੰ ਉਸ ਚੀਜ਼ ਨੂੰ ਦੇਖਣਾ ਚਾਹੀਦਾ। ਬਟ ਵਾਕਈ ਦੇ ਵਿੱਚ ਉਹ ਬੈਟਰਮੈਂਟ ਲਈ ਹੈ ਕਿ ਨੁਕਸਾਨ ਹੈ, ਉਹ ਵੀ ਵੀ ਹੈਵ ਟੂ ਐਨਾਲਾਈਜ਼, ਹੈ ਨਾ। ਜੇ ਕਿਸੇ ਨੇ ਆਪਦੀ ਸਾਰੀ ਉਮਰ ਹੀ ਦੇਤੀ ਇੱਥੇ ਸਾਰਾ ਕੁਛ ਇੰਡੀਆ ਦੇ ਲਈ, ਤੇ ਆਪਾਂ ਉਹਨੂੰ ਫਿਰ ਇਹ ਨਹੀਂ ਕਹਿ ਸਕਦੇ ਨੇ ਵੀ ਤੁਹਾਡਾ ਜਨਮ ਕਿਤੇ ਹੋਰ ਹੋਇਆ ਸੀਗਾ। ਤਾਂ ਵੀ ਨੀਡ ਟੂ ਐਨਾਲਾਈਜ਼ ਕਿ ਕਿਹਦੇ ਕੰਟੈਕਸਟ ਪਿੱਛੇ ਕੀ ਆ, ਇੰਟੈਂਸ਼ਨ ਕੀ ਆ। ਔਰ ਜੇ ਕੋਈ ਵੀ ਹੈ, ਆਪਣੇ ਇੰਡੀਅਨਸ ਨੇ, ਹੁਣ ਜਿਵੇਂ ਆਪਾਂ ਕਹੀਏ ਰਿਸ਼ੀ ਸੋਨਕ ਜੀ ਦਾ ਪਰਿਵਾਰ ਉੱਥੇ ਮਾਈਗ੍ਰੇਟ ਹੋ ਗਿਆ, ਉਹਨਾਂ ਨੇ ਉੱਥੇ ਸਿਆਸਤ ਦੇ ਵਿੱਚ ਕੰਟਰੀਬਿਊਟ ਕੀਤਾ। ਜਦੋਂ ਕਰੋਨੇ ਟਾਈਮ ਦੇ ਵਿੱਚ ਉਹਨਾਂ ਨੇ ਰਿਟੇਨ ਕੀਤੇ EMPLOYEES, ਉਹਨਾਂ ਨੂੰ ਸੈਲਰੀਜ਼ ਦਿੱਤੀਆਂ, ਜਿਹਦੇ ਕਰਕੇ ਬ੍ਰੇਕਡਾਊਨ ਨਹੀਂ ਆਇਆ ਇਕੋਨਮੀ ਦੇ ਵਿੱਚ, ਤਾਂ ਬ੍ਰਿਟੇਨ ਦੇ ਵਿੱਚ। ਤਾਂ ਉਹਨਾਂ ਨੂੰ ਅੱਜ ਉਸ ਦਾ ਰਿਵਾਰਡ ਵੀ ਮਿਲਿਆ, ਲੋਕਾਂ ਨੇ ਉਹਨਾਂ ਨੂੰ ਰਿਵਾਰਡ ਦਿੱਤਾ, ਹੀ ਬਿਕੇਮ ਦਾ ਪ੍ਰਾਈਮ ਮਿਨਿਸਟਰ। ਤੋ ਦ ਲਾਅ ਸ਼ੁੱਡ ਅਪਲਾਈ ਐਵਰੀਵੇਅਰ। ਜੇ ਬਾਹਰ ਕਿਸੇ ਦੇ ਘਰੇ ਸੇਮ ਹੈ, ਤਾਂ ਮੇਰੇ ਘਰੇ ਵੀ ਆਪਾਂ ਨੂੰ ਉਨਾ ਟੋਲਰੈਂਟ ਹੋਣਾ ਚਾਹੀਦਾ ਹੈ। ਜਿਸ ਤਰ੍ਹਾਂ ਮੈਮ ਆਪਾਂ ਦੇਖਦੇ ਕਿ UK ਦੇ ਵਿੱਚ ਬਹੁਤ ਭਾਰਤੀ ਜਿਹੜੇ ਨੇ ਉਹ ਵਸਦੇ ਨੇ, ਲੱਖਾਂ ਦੀ ਗਿਣਤੀ ਦੇ ਵਿੱਚ ਵਸਦੇ ਨੇ, ਤਾਂ ਤੁਹਾਨੂੰ ਲੱਗਦਾ ਹੈ ਕਿ ਉਹਨਾਂ ਦੇ ਲਈ ਕੋਈ ਬੈਟਰ ਓਪਰਚੁਨਿਟੀਜ਼ ਹੋਰ ਹੋਣਗੀਆਂ, ਜਾਂ ਜਿਸ ਤਰ੍ਹਾਂ ਆਪਣੇ ਪੰਜਾਬ ਦੇ ਵਿੱਚੋਂ ਬਹੁਤ ਨੌਜਵਾਨ ਜਿਹੜੇ ਨੇ ਬਾਹਰਲੇ ਦੇਸ਼ਾਂ ਦੇ ਵਿੱਚ ਜਾਂਦੇ, UK ਦੇ ਵਿੱਚ ਜਾਂਦੇ ਨੇ, ਤਾਂ ਉਹਨਾਂ ਦੇ ਲਈ ਕੋਈ ਅੱਛੀ ਓਪਰਚੁਨਿਟੀਜ਼ ਜਿਹੜੀ ਹੈ ਉੱਥੋਂ ਦੇ ਪ੍ਰਾਈਮ ਮਿਨਿਸਟਰ ਜਿਹੜੇ ਨੇ ਉਹ ਉਹਨਾਂ ਨੂੰ ਅਵੇਲ ਕਰਾਉਣਗੇ? ਦੇਖੋ, ਫੀਲਿੰਗ ਇਹ ਬਹੁਤ ਵੱਡੀ ਚੀਜ਼ ਹੁੰਦੀ ਹੈ ਕਿ ਮੇਰੀ ਕਮਿਊਨਿਟੀ ਦਾ ਕੋਈ ਟੌਪ ਲੀਡਰ ਬੈਠਾ ਹੈ ਔਰ ਮੈਨੂੰ ਕਦੇ ਜ਼ਰੂਰਤ ਹੈ ਤਾਂ ਮੈਂ ਜਾ ਸਕਦਾ। ਇਹ ਆਪਦੇ ਆਪ 'ਚ ਫੀਲਿੰਗ ਜਿਹੜੀ ਹੈ ਨਾ, ਬੜੀ ਫੁਲਫਿਲਮੈਂਟ ਅਤੇ ਬੜੀ ਸੈਟਿਸਫੈਕਸ਼ਨ ਦਿੰਦੀ ਆ। ਔਰ ਜ਼ਰੂਰ ਮੈਂ ਉਮੀਦ ਕਰਾਂਗੀ ਵੀ ਰਿਸ਼ੀ ਸੋਨਕ ਬ੍ਰਿਟੇਨ ਦੇ ਵਿੱਚ ਹੁਣ ਉਹ PM ਬਣੇ ਨੇ, ਤਾਂ ਇੰਡੀਅਨਸ ਦੇ ਲਈ ਤਾਂ ਮੈਨੂੰ ਲੱਗਦਾ ਵੀ ਇਸ ਤੋਂ ਵਧੀਆ ਓਪਰਚੁਨਿਟੀ ਆ ਉਹਨਾਂ ਦੇ ਲਈ। ਫੀਲਿੰਗ ਆਫ ਪ੍ਰਾਊਡ ਜਿਹੜਾ ਹੈ, ਮਾਣ ਦੀ, ਬਹੁਤ ਵੱਡੇ ਮਾਣ ਦੀ ਗੱਲ ਹੈ। ਅਤੇ ਆਪਾਂ ਉਮੀਦ ਕਰ ਸਕਦੇ ਹਾਂ ਵੀ ਜਿਹੜੇ ਆਪਣੇ ਸਟੂਡੈਂਟਸ ਇੱਥੋਂ ਉੱਥੇ ਜਾਂਦੇ ਨੇ, ਉਹਨਾਂ ਦੇ ਲਈ ਵੀ ਉਹ ਉਹਨਾਂ ਦੇ ਵੈਲਫੇਅਰ ਦੇ ਲਈ, ਬੈਟਰਮੈਂਟ ਦੇ ਲਈ ਉਹ ਸੋਚਣਗੇ, ਉਹਨਾਂ ਦੇ ਵੈਲਫੇਅਰ ਲਈ ਵੀ ਕੁਛ ਨਾ ਕੁਛ ਕਰਨਗੇ। ਬਿਕਾਜ਼ ਆਫਟਰ ਆਲ ਤਾਂ ਓਰੀਜਨ ਤਾਂ ਇੰਡੀਆ ਤੋਂ ਹੈ ਹੀ ਹੈ ਨਾ, ਉਹਨਾਂ ਦੇ ਫੋਰਫਾਦਰਸ ਹੋਏ ਜਾਂ, ਐਂਡ ਵੀ ਜਨਰਲੀ ਐਕਸਪੈਕਟ ਕਿ ਹਿਊਮੈਨੀਟੇਰੀਅਨ ਗਰਾਊਂਡ ਦੇ ਉੱਤੇ ਕਿ ਡੈਫੀਨੇਟਲੀ it's going to be like a good thing for India as well as for both the countries' relations. ਅਸੀਂ ਲਗਾਤਾਰ ਆਮ ਲੋਕਾਂ ਦੇ ਨਾਲ ਰਾਬਤਾ ਕਰ ਰਹੇ ਹਾਂ ਅਤੇ ਉਹਨਾਂ ਦਾ ਜਿਹੜਾ ਵਿਊ ਪੁਆਇੰਟ ਹੈ, ਅਸੀਂ ਉਹ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕਿਸ ਤਰ੍ਹਾਂ ਦੇਖਦੇ ਨੇ ਜੋ ਇੰਡੀਅਨ ਓਰੀਜਨ ਦੇ ਨੇ ਰਿਸ਼ੀ ਸੋਨਕ, PM ਬਣੇ ਨੇ UK ਦੇ ਵਿੱਚ। ਤੇ ਸਾਡੇ ਨਾਲ ਯੰਗਸਟਰਸ ਨੇ, ਗੱਲਬਾਤ ਕਰਦੇ। ਕੀ ਨਾਮ ਹੈ ਤੁਹਾਡਾ? ਬਬਲਪ੍ਰੀਤ। ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ? ਮਲੋਟ ਤੋਂ। ਅੱਛਾ, ਤੁਹਾਨੂੰ ਪਤਾ ਹੀ ਹੋਣਾ ਹੈ ਕਿ ਰਿਸ਼ੀ ਸੋਨਕ ਜੋ ਕਿ ਇੰਡੀਆ ਤੋਂ ਬਿਲੋਂਗ ਕਰਦੇ ਬੇਸਿਕਲੀ, ਔਰ UK ਦੇ ਵਿੱਚ ਪ੍ਰਾਈਮ ਮਿਨਿਸਟਰ ਬਣੇ ਆ। ਕਿਸ ਤਰ੍ਹਾਂ ਤੁਸੀਂ ਸੋਚਦੇ ਹੋ ਕਿ ਕਿੱਦਾਂ ਦਾ ਭਵਿੱਖ ਰਹੇਗਾ ਔਰ ਕਿਸ ਤਰ੍ਹਾਂ ਦਾ ਜਿਹੜਾ ਰਿਲੇਸ਼ਨਸ਼ਿਪ ਹੈ ਇੰਡੀਆ ਤੇ UK ਦਾ ਰਹੇਗਾ?
ਬਿਲਕੁਲ ਇਹ ਇੰਡੀਆ ਤੇ ਯੂਕੇ ਦੇ ਰਿਲੇਸ਼ਨਸ਼ਿਪ ਨੂੰ ਹੋਰ ਸਟਰੋਂਗ ਕਰੂਗਾ। ਇੰਡੀਆ ਦੀ ਇਕਨੋਮੀ ਵੀ ਇਸ ਨਾਲ ਸਟਰੋਂਗ ਹੋ ਸਕਦੀ ਹੈ। ਤਾਂ ਇਹ ਯੰਗਸਟਰ ਨੂੰ ਵੀ ਇੱਕ ਮੋਟੀਵੇਸ਼ਨ ਦਿੰਦਾ ਕਿ ਫੋਰਨ 'ਚ ਸਟੱਡੀ ਕਰਨ ਵਾਸਤੇ ਜਾਂ ਫਿਰ ਕੁਝ ਵੀ ਆਪਣਾ ਫਿਊਚਰ ਉੱਧਰ ਯੂਕੇ 'ਚ ਦੇਖਣ ਵਾਸਤੇ। ਤਾਂ ਹਾਂਜੀ, ਜਿਸ ਤਰ੍ਹਾਂ ਇੰਡੀਆ ਤੋਂ ਬੜੇ ਹੈ ਨਾ ਸਟੂਡੈਂਟਸ ਜਾਂਦੇ ਆ ਉੱਥੇ ਯੂਕੇ ਦੇ ਵਿੱਚ ਪੜ੍ਹਨ ਵਾਸਤੇ, ਔਰ ਆਲਰੇਡੀ ਰਹਿ ਵੀ ਰਹੇ ਨੇ ਇੰਡੀਅਨਸ ਉੱਥੇ ਐਟ ਪ੍ਰੈਜ਼ੈਂਟਲੀ, ਲੱਖਾਂ ਦੀ ਗਿਣਤੀ ਦੇ ਵਿੱਚ ਰਹਿ ਰਹੇ ਆ। ਤੁਸੀਂ ਵੀ ਇੱਕ ਸਟੂਡੈਂਟ ਹੋ, ਤੁਸੀਂ ਕੀ ਕਰਦੇ ਹੋ? ਮੈਂ ਜੇਈ ਦੀ ਤਿਆਰੀ ਕਰ ਰਿਹਾ। ਜੇਈ ਦੀ ਪ੍ਰੈਪਰੇਸ਼ਨ। ਹਾਂਜੀ, IIT ਜੀ। ਤਾਂ ਤੁਹਾਡੇ ਫਰੈਂਡਸ ਵਗੈਰਾ ਜਾਂਦੇ ਹੋਣਗੇ, ਬਾਹਰ ਗਏ ਹੋਣਗੇ? ਹਾਂਜੀ, ਬਹੁਤ ਗਏ ਜੀ। ਮੋਸਟਲੀ ਮੇਰੇ ਫਰੈਂਡਸ ਹੁਣ ਬਾਹਰ ਹੀ ਜਾ ਰਹੇ ਆ, IELTS PT ਵਗੈਰਾ ਹੀ ਕਰ ਰਹੇ। ਹਾਂਜੀ। ਵੈਸੇ ਕਿਸ ਤਰ੍ਹਾਂ ਮਹਿਸੂਸ ਕਰਦੇ ਹੋ ਵੀ ਇੱਕ ਇੰਡੀਅਨ ਹੈ ਜੋ ਉਹ ਪ੍ਰਾਈਮ ਮਿਨਿਸਟਰ ਬਣੇ ਯੂਕੇ ਵਿੱਚ? ਬਹੁਤ ਹੀ ਪ੍ਰਾਊਡ ਦੀ ਗੱਲ ਹੈ ਬੇਸਿਕਲੀ ਫॉर ਆਵਰ ਕੰਟਰੀ। ਸੋ ਯਾ ਸਾਡੇ ਨਾਲ ਨੌਜਵਾਨ ਨੇ ਮਿਸਟਰ ਨਵਪ੍ਰੀਤ ਬਾਈਆ, ਤੇ ਉਹਦੇ ਨਾਲ ਗੱਲਬਾਤ ਕਰਦੇ ਹਾਂ ਕਿਸ ਤਰ੍ਹਾਂ ਦੇਖਦੇ ਨੇ PM ਬਣੇ ਨੇ ਰਿਸ਼ੀ ਸੋਨਕ, ਜੋ ਕਿ ਭਾਰਤੀ ਮੂਲ ਦੇ ਨੇ ਬੇਸਿਕਲੀ, ਚਾਹੇ ਉਹ ਉੱਥੇ ਬੌਰਨ ਐਂਡ ਬ੍ਰੌਟ ਅਪ ਹੋਏ ਨੇ ਪਰ ਫਿਰ ਵੀ ਜੜ੍ਹਾਂ ਤਾਂ ਕਿਤੇ ਨਾ ਕਿਤੇ ਉਹਨਾਂ ਦੀਆਂ ਜੁੜੀਆਂ ਹੋਈਆਂ ਨੇ ਭਾਰਤ ਦੇ ਨਾਲ। ਗੱਲਬਾਤ ਕਰਦੇ ਹਾਂ। ਸਰ, ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਇਸ ਪੋਸੀਬਿਲਿਟੀ ਨੂੰ, ਇਸ ਸਬਬ ਨੂੰ ਕਿ ਜਿਹੜੇ ਭਾਰਤ ਦਾ ਰਹਿਣ ਵਾਲਾ ਇੱਕ ਨੌਜਵਾਨ ਹੈ ਉਹ ਅੱਜ ਉੱਥੇ PM ਬਣਿਆ? ਕਿਸੇ ਸਮੇਂ ਯੂਕੇ ਨੇ ਸਾਡੇ ਦੇਸ਼ ਦੇ ਉੱਪਰ ਰਾਜ ਕੀਤਾ ਤੇ ਅੱਜ ਮੌਕਾ ਮਿਲਿਆ ਇੱਕ ਭਾਰਤੀ ਨੂੰ ਉੱਥੇ PM ਬਣ ਕੇ ਜਿਹੜਾ ਹੈ ਸਰਵ ਕਰਨ ਦਾ। ਜੀ ਮੈਮ, ਪਹਿਲਾਂ ਤਾਂ ਮੈਂ ਬਹੁਤ ਸਾਰੀਆਂ ਵਧਾਈਆਂ ਦੇਣਾ ਚਾਹੁੰਦਾ ਰਿਸ਼ੀ ਸੁਨਕ ਜੀ ਨੂੰ, ਤੇ ਜਿਹੜੇ ਉਹ ਮਤਲਬ ਯੂਕੇ ਦੇ PM ਬਣੇ ਹੈ। ਸਭ ਤੋਂ ਪਹਿਲਾਂ ਗੱਲ ਇਹ ਹੈ ਜੀ, ਆਪਾਂ ਨੂੰ ਪੰਜਾਬੀਆਂ ਨੂੰ ਵੀ ਪੂਰੇ ਇੰਡੀਆ ਨੂੰ ਆਪਣੇ ਲਈ ਇਹ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਕਿ ਜਿਹੜੀ ਮਤਲਬ ਕਿ ਸਮਝ ਲਓ ਕਿ ਯੂਕੇ ਮਤਲਬ ਕਿ ਸਾਰੀ ਦੁਨੀਆ ਦੇ ਉੱਪਰ ਰਾਜ ਕੀਤਾ ਹੈ, ਆਪਣੇ ਇੰਡੀਆ 'ਤੇ ਵੀ ਉਹਨਾਂ ਦਾ ਰਾਜ ਰਿਹਾ ਹੈ। ਉੱਥੇ ਹੁਣ ਆਪਣਾ ਜਿਹੜਾ ਇੰਡੀਆ ਦਾ ਮਤਲਬ ਕਿ ਜਿਹੜਾ ਹੈਗਾ ਇੰਡੀਅਨ PM ਬਣੇ ਨੇ। ਅੱਗੇ ਮੈਂ ਜਿਹੜਾ ਇਸ ਨੂੰ ਜੀ ਇੱਕ ਇੰਡਸਟਰੀ ਦੇ ਨਾਲ ਦੇਖਣਾ ਚਾਹੁੰਦਾ, ਜਿਵੇਂ ਕਿ ਆਪਾਂ ਸਟੂਡੈਂਟ ਵੀਜ਼ਾ ਜਾਂ ਇਮੀਗ੍ਰਾਂਟਸ, ਜਿਵੇਂ ਆਪਣੇ ਵਰਕ ਪਰਮਿਟ ਦੇ ਉੱਪਰ ਲੋਕ ਜਾਂਦੇ ਨੇ, ਬੜੀਆਂ ਕਈ ਤਰ੍ਹਾਂ ਦੀਆਂ ਕੈਟਾਗਰੀਜ਼ ਹੈ ਮਤਲਬ ਕਿ ਯੂਕੇ ਲੋਕ ਮੂਵ ਕਰਦੇ ਨੇ। ਉਹਨਾਂ ਦਾ ਪਿਛਲੀ ਗੌਰਮੈਂਟ ਨੇ ਵੀ ਵੈਸੇ ਬਹੁਤ ਅੱਛਾ ਮਤਲਬ ਉਹਦਾ ਸਕਸੈਸ ਰੇਟ ਰਿਹਾ ਹੈ, ਬਹੁਤ ਲੋਕ ਗਏ ਆ, ਕਿਉਂਕਿ ਇਹ ਇੱਕ ਇੱਦਾਂ ਦਾ ਕਾਰੋਬਾਰ ਹੈ ਜੀ, ਜੋ ਇੱਦਾਂ ਦਾ ਮਤਲਬ ਕਿ ਸਿਸਟਮ ਹੈ, ਜਿਹੜੇ ਲੋਕ ਜਾਂਦੇ ਆ ਉਹ ਉਹਨਾਂ ਦੀ ਕੰਟਰੀ ਨੂੰ, ਉਹਨਾਂ ਦੀ ਇਕੋਨਮੀ ਹੈ ਜਿਹੜੀ, ਜੋ ਬਹੁਤ ਸਟਰੋਂਗ ਕਰਦੇ ਆ। ਕਿਉਂਕਿ ਪਿਛਲੇ ਟਾਈਮਾਂ ਦੇ ਵਿੱਚ ਆਪਾਂ ਸਾਰਾ ਦੇਖਦੇ ਹਾਂ ਤਾਂ ਉਹਨਾਂ ਦਾ ਜਿਹੜਾ ਮਤਲਬ ਕਿ ਕਾਫੀ ਡਾਊਨ ਰਿਹਾ ਹੈ ਫਾਈਨੈਂਸ਼ੀਅਲ ਸਿਸਟਮ। ਤਾਂ ਇਹਨੂੰ ਅਪ ਕਰਨ ਦੇ ਵਿੱਚ ਜਿਹੜਾ ਸਟੂਡੈਂਟ ਵੀਜ਼ਾ ਹੈ ਜਾਂ ਵਰਕ ਪਰਮਿਟ ਹੈ ਜਾਂ ਕਿਸੇ ਵੀ ਤਰੀਕੇ ਦੇ ਨਾਲ ਲੋਕ ਜਿਹੜੇ ਮਤਲਬ ਯੂਕੇ ਦੇ ਵਿੱਚ ਜਾ ਰਹੇ ਆ ਉਹਨੂੰ ਬਹੁਤ ਅੱਛਾ ਮਤਲਬ ਉੱਪਰ ਚੱਕ ਰਹੇ ਆ। ਤਾਂ ਉਮੀਦ ਕਰਦੇ ਹਾਂ ਜੀ ਜਦੋਂ ਹੁਣ ਇੰਡੀਅਨ ਹੀ ਸਾਡੇ ਮਤਲਬ ਕਿ PM ਬਣੇ ਆ ਤਾਂ ਇਸ ਚੀਜ਼ ਨੂੰ ਉਹ ਹੋਰ ਵੀ ਜ਼ਿਆਦਾ ਵਧਾਉਣਗੇ ਜੀ, ਕਿਉਂਕਿ ਯੂਕੇ 'ਚ ਕਾਫੀ ਸਾਰੀਆਂ ਕੈਟਾਗਰੀਜ਼ ਹੈ। ਲੋਕ ਸਾਡੇ ਜਿਹੜੇ ਅੱਛੇ ਸਟਾਰਟਅਪ ਨੇ ਜਾਂ ਇਨਵੈਸਟਰ ਨੇ ਉਹ ਇਨਵੈਸਟਮੈਂਟ ਕਰਦੇ ਆ, ਉੱਥੇ ਕਾਰੋਬਾਰ ਖੋਲ੍ਹਦੇ ਨੇ, ਉੱਦਾਂ ਦੀਆਂ ਕਾਫੀ ਸਾਰੀਆਂ ਕੈਟਾਗਰੀਜ਼ ਨੇ। ਤਾਂ ਅਸੀਂ ਉਮੀਦ ਕਰਦੇ ਹਾਂ ਜੀ ਤੇ ਕਿ ਉਹ ਉਸ ਚੀਜ਼ ਨੂੰ ਹੋਰ ਵੀ ਜ਼ਿਆਦਾ ਅੱਗੇ ਲੈ ਕੇ ਆਉਣਗੇ। ਤਾਂ ਜਿਹੜੇ ਸਾਡੇ ਮਤਲਬ ਕਿ ਇੰਡੀਅਨਸ ਨੇ ਜਾਂ ਸਾਡੇ ਪੰਜਾਬੀ ਨੇ ਉਹ ਜਾ ਕੇ ਬਾਹਰ ਸੈਟਲ ਹੋਣਾ ਚਾਹੁੰਦੇ ਆ, ਕੋਈ ਇਨਵੈਸਟਮੈਂਟ ਕਰਨਾ ਚਾਹੁੰਦੇ ਆ, ਤਾਂ ਉਹ ਉਸ ਲਈ ਹੁੰਗਾਰਾ ਭਰਨਗੇ ਜੀ। ਅਸੀਂ ਸੁਣ ਰਹੇ ਸੀਗੇ ਪਿੱਛੇ ਜੇ ਕਹਿੰਦੇ ਕਿ ਯੂਕੇ ਦੇ ਵਿੱਚ ਜ਼ਿਆਦਾਤਰ ਜਿਹੜੀਆਂ ਉੱਥੇ ਪ੍ਰਾਪਰਟੀਜ਼ ਆ ਉਹ ਇੰਡੀਅਨਸ ਦੇ ਕੋਲੇ ਹੈਗੀ। ਹਾਂਜੀ ਜੀ ਮੈਮ, ਬਿਲਕੁਲ ਜੀ, ਮੈਂ ਕਾਫੀ ਵਾਰ ਯੂਕੇ ਵਿਜ਼ਿਟ ਕੀਤਾ ਜੀ। ਮਤਲਬ ਇਹ ਗੱਲ ਹੈਗੀ ਹੈ ਜੀ, ਬਹੁਤ ਸਾਰੀਆਂ ਮਤਲਬ ਪ੍ਰਾਪਰਟੀਜ਼ ਆਪਣੇ ਇੰਡੀਅਨ ਲੋਕਾਂ ਦੀਆਂ ਨੇ, ਬਹੁਤ ਸਾਰੇ ਰੈਸਟੋਰੈਂਟਸ ਆਪਣੇ ਲੋਕਾਂ ਦੇ ਨੇ, ਬੜੇ ਮਤਲਬ ਸਟਾਰਟਅਪਸ ਨੇ ਜੀ। ਹੁਣ ਤਾਂ ਆਪਣੇ ਜਿਹੜੇ ਮਤਲਬ ਕਿ ਇੰਡੀਅਨਸ ਲੋਕ ਨੇ ਜੋ ਯੂਨੀਵਰਸਿਟੀਜ਼ ਉੱਥੇ ਬਾਏ ਕਰ ਰਹੇ ਨੇ, ਯੂਨੀਵਰਸਿਟੀਜ਼ ਦੇ ਕੈਂਪਸ ਖੋਲ੍ਹ ਰਹੇ ਨੇ, ਤਾਂ ਇੰਡੀਅਨਸ ਲਈ ਵੀ ਇੱਕ ਚੰਗੀ ਗੱਲ ਹੈ ਜੀ। ਤੇ ਜਿਹੜਾ ਹੈਗਾ ਉੱਥੋਂ ਦੀ ਗਵਰਨਮੈਂਟ ਲਈ ਵੀ ਚੰਗੀ ਹੈ ਜੀ, ਕਿਉਂਕਿ ਉਹ ਕੰਟਰੀ ਨੂੰ ਕਾਫੀ ਮਤਲਬ ਕਿ ਉੱਪਰ ਲੈ ਕੇ ਜਾ ਰਹੇ ਨੇ। ਉੱਥੇ ਤੁਹਾਡੀ ਗੱਲ ਹੋਈ ਕਿਸੇ ਦੇ ਨਾਲ, ਤੁਹਾਡੇ ਕਿਸੇ ਜਾਣਕਾਰ ਦੇ ਨਾਲ ਯੂਕੇ ਦੇ ਵਿੱਚ ਜਦੋਂ ਉਹਦੇ ਬੜੇ ਨੇ ਰਿਸ਼ੀ ਸੁਨਕ PM, ਕਿ ਉੱਥੋਂ ਦੇ ਲੋਕ ਕਿਸ ਤਰ੍ਹਾਂ ਦੇਖਦੇ ਨੇ ਇਸ ਸਾਰੇ ਮਾਮਲੇ? ਹਾਂਜੀ ਬਿਲਕੁਲ ਜੀ, ਰੈਗੂਲਰ ਗੱਲ ਹੁੰਦੀ ਰਹਿੰਦੀ ਹੈ, ਕਿਉਂਕਿ ਅਸੀਂ ਯੂਨੀਵਰਸਿਟੀਜ਼ ਨਾਲ ਵੀ ਗੱਲ ਕਰਦੇ ਹਾਂ, ਉੱਥੋਂ ਦੇ ਮਤਲਬ ਕਿ ਲੋਕਾਂ ਨਾਲ ਵੀ ਗੱਲ ਹੁੰਦੀ ਰਹਿੰਦੀ ਹੈ, ਆਪਣੇ ਇੰਡੀਅਨਸ ਨਾਲ ਵੀ ਗੱਲ ਹੁੰਦੀ ਹੈ। ਬਹੁਤ ਚੰਗਾ ਮੈਸੇਜ ਗਿਆ ਜੀ ਉੱਥੇ, ਬਹੁਤ ਅੱਛਾ ਗਿਆ, ਮਤਲਬ ਕਿ ਲੋਕ ਇਸ ਚੀਜ਼ ਨੂੰ ਬੜਾ ਵਧੀਆ ਲੈ ਰਹੇ ਹੈ। ਕਿਉਂਕਿ ਜੋ ਵੀ ਮਤਲਬ ਕਿ ਕੰਟਰੀ ਹੈ ਜੀ, ਉੱਥੇ ਜਦੋਂ ਕੋਈ ਇੰਡੀਅਨ ਮਤਲਬ ਖਾਸ ਕਰਕੇ ਜਦੋਂ ਆਪਣਾ ਬੰਦਾ ਆਪਾਂ ਕਹਿ ਦਿੰਦੇ ਨਾ ਜੀ, ਆਪਣਾ ਬੰਦਾ ਆ ਗਿਆ ਜੀ, ਹੁਣ ਮੰਨ ਲਓ ਇੰਡੀਆ ਤਾਂ ਖਾਸ ਕਰਕੇ ਇੰਡੀਆ ਵਾਲਿਆਂ ਨੂੰ ਤਾਂ ਹੋਣਾ ਹੀ ਹੋਣਾ, ਕਾਫੀ ਜ਼ਿਆਦਾ ਮਤਲਬ ਕਿ ਉੱਥੇ ਚੰਗਾ ਮਾਹੌਲ ਬਣਿਆ ਹੋਇਆ ਤੇ ਉੱਥੋਂ ਦੇ ਲੋਕਾਂ ਨੂੰ ਵੀ ਬਹੁਤ ਜ਼ਿਆਦਾ ਜੀ, ਕਿਉਂਕਿ ਉਹ ਇੱਕ ਇੰਡੀਅਨ, ਜਿਵੇਂ ਹੁਣ ਮੈਂ ਲਾਸਟ ਟਾਈਮ ਯੂਕੇ ਗਿਆ ਜੀ, ਮੈਂ ਉੱਥੇ ਛੋਟੀ ਜਿਹੀ ਮੈਂ ਗੱਲ ਦੱਸਦਾ, ਕੋਈ ਸ਼ਾਪਿੰਗ ਕਰ ਰਿਹਾ ਸੀਗਾ ਤੇ ਉੱਥੇ ਅੱਛਾ ਬ੍ਰਾਂਡ ਸੀਗਾ, ਉਹਨਾਂ ਨੇ ਮੈਨੂੰ ਕਿਹਾ ਕਿ ਇੰਡੀਅਨ, ਤੁਸੀਂ ਇੰਡੀਅਨ ਹੋ? ਮੈਂ ਕਿਹਾ ਹਾਂਜੀ ਜੀ। ਕਹਿੰਦੇ ਇੰਡੀਅਨ ਤਾਂ ਬੜੇ ਬਰੇਵ ਹੁੰਦੇ ਆ, ਮਤਲਬ ਨਾ ਉਹਨੇ ਕਾਫੀ ਗੱਲਾਂ ਮਤਲਬ ਕੀਤੀਆਂ ਕਿ ਉਹ ਆਪਾਂ ਨੂੰ ਇੱਕ ਚੰਗਾ ਸਮਝਦੇ ਆ ਜੀ। ਜੇ ਆਪਾਂ ਮਤਲਬ ਕਿ ਉੱਥੇ ਜਾ ਕੇ ਉਹਨਾਂ ਦੀ ਕੰਟਰੀ ਦੇ PM ਬਣੇ ਆ ਤਾਂ ਇਹ ਬਹੁਤ ਵੱਡੀ ਗੱਲ ਹੈ ਜੀ। ਹਾਂਜੀ, ਇਹ ਅੱਗੇ ਜਾ ਕੇ ਬਹੁਤ ਅੱਛੇ ਮਤਲਬ ਕੰਟਰੀਆਂ ਦੇ ਸੰਬੰਧ ਵੀ ਵਧੀਆ ਬਣੇ ਰਹਿਣਗੇ।
ਤੇ ਬਹੁਤ ਬਿਜ਼ਨਸ ਦੇ ਵਿੱਚ ਵੀ ਹਰ ਚੀਜ਼ ਦੇ ਵਿੱਚ ਵਾਧਾ ਹੋਊਗਾ ਜੀ। ਸਾਡੇ ਨਾਲ ਸਟੂਡੈਂਟਸ ਕੁਝ ਜੁੜੇ ਨੇ ਜੋ ਕਿ ਕੰਪੀਟੀਟਿਵ ਐਗਜ਼ਾਮਸ ਦੀ ਤਿਆਰੀ ਕਰ ਰਹੇ ਨੇ, ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਨੇ ਕਿਉਂਕਿ ਇਹ ਆਉਣ ਵਾਲਾ ਭਵਿੱਖ ਨੇ ਔਰ ਹੋ ਸਕਦਾ ਹੈ ਇਹਨਾਂ ਦੇ ਵਿੱਚੋਂ ਕੱਲ ਨੂੰ ਕੋਈ ਯੂਕੇ ਦੇ ਵਿੱਚ ਸੈਟਲ ਹੋਵੇ, ਉੱਥੇ ਜਾਵੇ, ਉੱਥੇ ਪੜ੍ਹਾਈ ਦੇ ਲਈ ਜਾਵੇ। ਤਾਂ ਗੱਲਬਾਤ ਕਰ ਰਹੇ ਆ। ਕੀ ਨਾਮ ਹੈ ਤੁਹਾਡਾ? ਪੂਰਨਿਮਾ। ਪੂਰਨਿਮਾ। ਤੁਹਾਡਾ ਕੀ ਨਾਮ ਹੈ? संध्या। ਆਪਕਾ ਕੀ ਨਾਮ ਹੈ? सिमरन। ਤੁਹਾਡਾ? वंशिका। ਅੱਛਾ, ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਰਿਸ਼ੀ ਸੋਨਕ? ਤੁਹਾਨੂੰ ਪਤਾ ਹੋਣਾ ਹੈ ਕਿ ਜਿਹੜੇ ਪ੍ਰਾਈਮ ਮਿਨਿਸਟਰ ਬਣੇ ਨੇ ਯੂਕੇ ਦੇ ਵਿੱਚ ਉਹ ਬੇਸਿਕਲੀ ਇੰਡੀਆ ਤੋਂ ਨੇ, ਇੰਡੀਅਨ ਓਰੀਜਨ ਤੋਂ ਨੇ, ਉਹਨਾਂ ਦੇ ਫਾਦਰਸ ਇੱਥੋਂ ਸੀਗੇ। ਤਾਂ ਕਿਵੇਂ ਤੁਹਾਨੂੰ ਮਹਿਸੂਸ ਹੋ ਰਿਹਾ ਹੈ ਕਿ ਯੂਕੇ ਦੇ ਵਿੱਚ ਦਿਸ ਇਜ਼ ਫਸਟ ਟਾਈਮ ਇਨ ਹਿਸਟਰੀ, ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਕਿ ਕੋਈ ਇੰਡੀਅਨ ਯੂਕੇ ਦਾ ਪ੍ਰਾਈਮ ਮਿਨਿਸਟਰ ਬਣਿਆ? ਵੈਸੇ ਆਪਣੇ ਦੇਸ਼ ਵਾਸਤੇ ਬਹੁਤ ਵੱਡੀ ਮਾਣ ਵਾਲੀ ਗੱਲ ਹੈਗੀ ਹੈ ਕਿ ਆਪਣਾ ਇੰਡੀਅਨ ਓਰੀਜਨ ਦੇ ਕੋਈ ਬਣੇ ਹੈਗੇ ਆ ਪ੍ਰਾਈਮ ਮਿਨਿਸਟਰ, ਉਹਨਾਂ ਉੱਤੇ ਜਿਨ੍ਹਾਂ ਨੇ ਆਪਣੇ ਉੱਤੇ ਰਾਜ ਕੀਤਾ ਇੰਨੇ ਸਾਲ, ਅੱਜ ਆਪਾਂ ਉਹਨਾਂ ਦੇ ਵਿੱਚ ਜਾ ਕੇ ਆਪਣੇ ਪ੍ਰਾਈਮ ਮਿਨਿਸਟਰ ਬਣੇ ਹੈਗੇ, ਉੱਥੋਂ ਦੇ ਇੰਡੀਅਨ ਓਰੀਜਨ ਹੈਗੇ ਹੈ। ਤੇ ਇੱਕ ਬਹੁਤ ਹੀ ਜ਼ਿਆਦਾ ਮਾਣ ਵਾਲੀ ਗੱਲ ਹੈਗੀ ਆਪਣੇ ਦੇਸ਼ ਵਾਸਤੇ। ਪੰਜਾਬੀ ਬੱਚੇ ਉੱਥੇ ਬਹੁਤ ਜ਼ਿਆਦਾ ਪੜ੍ਹਾਈ ਕਰਨ ਜਾਂਦੇ ਨੇ, ਉੱਥੇ ਉਹਨਾਂ ਨੂੰ ਇੱਕ ਹੁਣ ਪਿਛੋਕੜ ਨਹੀਂ ਸਮਝਿਆ ਜਾਊਗਾ, ਉਹਨਾਂ ਨੂੰ ਬੁਰਾ ਮਤਲਬ ਐਮ ਨਹੀਂ ਸਮਝਿਆ ਜਾਊਗਾ ਕਿ ਵੀ ਉਹੀ ਹੈ ਜਾਂ ਉਹੀ ਹੈਗੇ ਹੈ। ਉਹਨਾਂ ਨੂੰ ਵੀ ਸਮਝਿਆ ਜਾਊਗਾ ਕਿ ਹਾਂ ਇਹਨਾਂ 'ਚ ਵੀ ਕੁਝ ਹੈਗਾ, ਤਾਂ ਹੀ ਕਰਕੇ ਉਹਨਾਂ ਨੂੰ ਹੁਣ ਰੂਲ ਕਰ ਰਿਹਾ ਆਪਣੇ ਪ੍ਰਾਈਮ ਮਿਨਿਸਟਰ। ਉੱਥੇ ਹੁਣ 2 ਮਹੀਨਿਆਂ ਵਿੱਚ ਹੀ 3 ਪ੍ਰਾਈਮ ਮਿਨਿਸਟਰ ਬਦਲੇ ਗਏ ਹੈਗੇ ਹੈ। ਤਾਂ ਹੁਣ ਰਿਸ਼ੀ ਸੁਨਾਕ ਨੇ ਇਹ ਚੱਕਿਆ ਕਿ ਵੀ ਉਹ ਉੱਥੋਂ ਦੀ ਇਕਨੋਮੀ ਨੂੰ ਸਟੇਬਲ ਕਰਨਗੇ। ਤਾਂ ਹੁਣ ਇੱਕ ਬਹੁਤ ਹੀ ਜ਼ਿਆਦਾ ਮਾਣ ਮਹਿਸੂਸ ਹੋ ਰਿਹਾ ਇੰਡੀਆ ਵਿੱਚ ਰਹਿ ਕੇ ਕਿ ਵੀ ਹਾਂ ਹੁਣ ਆਪਣਾ ਦੇਸ਼ ਹੋਲਡ ਬਣਾ ਰਿਹਾ ਫੋਰਨ ਕੰਟਰੀਜ਼ ਦੇ ਉੱਤੇ। ਹੁਣ ਆਪਾਂ ਡਿਵੈਲਪਿੰਗ ਸਟੇਜ ਵਿੱਚੋਂ ਨਿਕਲ ਰਹੇ ਹਾਂ, ਡਿਵੈਲਪਡ ਬਣ ਰਹੇ ਹਾਂ। ਹੁਣ ਇੰਡੀਆ ਨੂੰ ਗਰੀਬ ਦੇਸ਼ ਜਾਂ ਪਿਛੜੇ ਹੋਏ ਦੇਸ਼ ਨਹੀਂ ਮੰਨਿਆ ਜਾਊਗਾ। ਹਾਂਜੀ, ਤੁਸੀਂ ਕੀ ਕਹਿਣਾ ਚਾਹੁੰਦੇ? ਆਈ ਹੈ ਕਿ ਮਾਣ ਮਹਿਸੂਸ ਹੋ ਰਿਹਾ ਸਾਰਿਆਂ ਨੂੰ ਤੇ ਵਧੀਆ। ਅਸੀਂ ਚਾਹੁੰਦੇ ਹਾਂ ਕਿ ਉਹ ਕਰਨ, ਆਪਦੀ ਕਾਰਵਾਈ ਸ਼ੁਰੂ ਕਰਨ ਤੇ ਇਕਨੋਮੀ ਸਟੇਬਲ ਬਣਾਉਣ। ਤੁਸੀਂ ਕੀ ਕਹਿਣਾ ਚਾਹੁੰਦੇ? ਮੈਂ ਕਹਿਣਾ ਚਾਹੁੰਦੀ ਹਾਂ ਕਿ ਬਹੁਤ ਚੰਗੀ ਗੱਲ ਹੈਗੀ ਹੈ ਤੇ ਆਪਣੇ ਵਿੱਚੋਂ ਵੀ ਮਤਲਬ ਕਾਫੀ ਲੋਕ, ਕਾਫੀ ਇਨਸਪੀਰੇਸ਼ਨ ਹੈ ਆਪਣੇ ਲਈ ਕਾਫੀ। ਹਾਂਜੀ। ਅੱਛਾ, ਕੋਈ ਤੁਹਾਡੇ ਵਿੱਚੋਂ ਕਿਸੇ ਦਾ ਕੋਈ ਰਿਲੇਟਿਵ ਯੂਕੇ ਦੇ ਵਿੱਚ ਹੈ? ਕਿਸੇ ਦੇ ਨਾਲ ਗੱਲ ਹੋਈ ਤੁਹਾਡੀ ਵੀ ਉਹ ਕਿੱਦਾਂ ਮਹਿਸੂਸ ਕਰਦੇ ਨੇ? ਨਹੀਂ ਯੂਕੇ ਚ ਨਹੀਂ ਹੈ। ਨਹੀਂ, ਯੂਕੇ 'ਚ ਨਹੀਂ ਹੈ। ਕੋਈ ਫਰੈਂਡ ਕੋਈ ਤੁਹਾਡਾ ਉੱਧਰ ਗਿਆ ਹੋਵੇ? ਨਹੀਂ ਜੀ। ਅੱਛਾ, ਕਿਸ ਤਰ੍ਹਾਂ ਦੇਖਦੇ ਹੋ ਵੀ ਇੰਡੀਆ ਤੇ ਯੂਕੇ ਦਾ ਰਿਲੇਸ਼ਨਸ਼ਿਪ ਵੈਸੇ ਅੱਛਾ ਚੱਲ ਰਿਹਾ ਹੁਣ ਵੀ, ਪਿਛਲੇ ਸਾਲਾਂ ਤੋਂ ਵੀ ਵਧੀਆ ਚੱਲ ਰਿਹਾ ਹੈਗਾ, ਤੇ ਹੁਣ ਕਿਵੇਂ ਦੇਖਦੇ ਹੋ ਗਾਹਾਂ ਜਦੋਂ ਕਹਿੰਦੇ ਨੇ ਵੀ ਆਪਣਾ ਬੰਦਾ ਉੱਥੇ ਬੈਠਾ ਹੈ ਹਨਾ, ਤਾਂ ਉਹਨਾਂ ਨੂੰ ਜਿਹੜੇ ਇੰਡੀਆ ਦੇ ਜਿਹੜੇ ਗਰਾਊਂਡ ਇਸ਼ੂਜ਼ ਆ ਉਹਨਾਂ ਤੋਂ ਵੀ ਅਵੇਅਰ ਹੋਣਗੇ। ਉਹ ਜਿਹੜੇ ਲੋਕਾਂ ਦੇ ਇੱਥੇ ਕੋਈ ਗਰਾਊਂਡ ਇਸ਼ੂਜ਼ ਨੇ ਉਹਨਾਂ ਤੋਂ ਵੀ ਅਵੇਅਰ ਨੈਚੁਰਲੀ ਹੋਣਗੇ ਹੀ ਉਹ, ਹਨਾ। ਤਾਂ ਕੀ ਲੱਗਦਾ ਕਿ ਇੰਡੀਆ ਦੇ ਲਈ ਕੀ ਮਤਲਬ ਕੀ ਫਿਊਚਰ ਹੋ ਸਕਦਾ ਇੰਡੀਅਨਸ ਦੇ ਲਈ ਉੱਥੇ ਹੋਰ ਬੈਟਰ? ਹਲੇ ਤਾਂ ਉੱਥੇ ਹੀ ਕਾਫੀ ਇਕਨੋਮੀ ਦੇ ਬੁਰੇ ਹਾਲ ਹੈਗੇ। ਆਈ ਥੋੜ੍ਹਾ ਸੋ ਪਹਿਲਾਂ ਤਾਂ ਉਹਨੂੰ ਹੀ ਸਟੇਬਲ ਕਰਨਗੇ, ਫਿਰ ਹੋ ਸਕਦਾ ਕਿ ਉਹ ਇਸ ਰਿਲੇਟਡ ਵੀ ਕੁਝ ਸੋਚਣ, ਕਿਉਂਕਿ ਬਹੁਤ ਵੱਡੀ ਲੈਵਲ ਦੀ ਗੱਲ ਹੈਗੀ ਹੈ ਕਿ ਵੀ ਆਪਣਾ ਕੋਈ ਬੰਦਾ ਉੱਥੇ ਪ੍ਰਾਈਮ ਮਿਨਿਸਟਰ ਦੇ ਤੌਰ 'ਤੇ ਰਹਿ ਰਿਹਾ ਹੈ, ਕੁਝ ਕਰ ਰਿਹਾ ਹੈ, ਤਾਂ ਹੋ ਸਕਦਾ ਕਿ ਆਪਣੇ ਰਿਲੇਸ਼ਨਸ ਅੱਛੇ ਬਣਨ ਉਹਨਾਂ ਨਾਲ, ਬ੍ਰਿਟੇਨ, ਯੂਕੇ, ਇੰਗਲੈਂਡ ਸਭ ਨਾਲ। ਕਿਉਂ ਨਾਲ ਕਿ ਵੈਸੇ ਵੀ ਸਟੱਡੀ ਵਾਈਜ਼ ਉੱਧਰ ਬੱਚੇ ਬਹੁਤ ਜਾਂਦੇ ਨੇ, ਕਿਉਂਕਿ ਉੱਥੇ ਆਈ ਮੰਨਿਆ ਜਾਂਦਾ ਕਿ ਬੈਸਟ ਸਟੱਡੀਜ਼ ਮਿਲਦੀ ਹੈ ਹਾਂ, ਜੋ ਕਿ ਮਿਲਦੀ ਵੀ ਹੈ। ਤਾਂ ਕਰਕੇ ਉੱਥੇ ਬੱਚਿਆਂ ਨੂੰ ਵੀ ਕਾਫੀ ਬੈਨੀਫਿਟਸ ਮਿਲਣਗੇ, ਤਾਂ ਕਰਕੇ ਬਹੁਤ ਫਾਇਦਾ ਹੈਗਾ। ਨਾਲ ਤੁਸੀਂ ਕਹਿਣਾ ਚਾਹੋਗੇ ਕੁਝ? ਹਾਂਜੀ ਵਧੀਆ, ਵੈਸੇ ਉਹ ਪ੍ਰਾਈਮ ਮਿਨਿਸਟਰ ਬਣੇ ਆ, ਵਧੀਆ ਗੱਲ ਆ, ਆਪਣੇ ਰਿਲੇਸ਼ਨ ਅੱਗੇ ਜਾਣਗੇ, ਇੰਡੀਆ ਤੇ ਯੂਕੇ ਦਾ ਰਿਲੇਸ਼ਨ ਵਧੀਆ ਰਹੂਗਾ। ਘਰ ਵਿੱਚ ਗੱਲਬਾਤ ਹੁੰਦੀ ਹੈ ਕੋਈ ਪੇਰੈਂਟਸ ਦੇ ਨਾਲ, ਕੋਈ ਡਿਸਕਸ਼ਨ ਹੋ ਰਹੀ ਹੈ ਇਸ ਮਾਮਲੇ ਬਾਰੇ, ਇਸ ਮਸਲੇ ਬਾਰੇ ਘਰ ਦੇ ਵਿੱਚ? ਹਾਂਜੀ ਪਾਪਾ ਰਹਿ ਰਿਹਾ ਹੈ। ਹਾਂਜੀ। ਬਾਹਰੋਂ ਸਾਰੇ ਬੱਚੇ ਹਾਂਜੀ ਆਪਸ 'ਚ ਹੀ ਹੋ ਜਾਂਦੀ ਹੈ। ਆਪਸ ਵਿੱਚ ਕਰਦੇ हैं। मतलब वैसे उन्होंने एज भी काफ़ी मतलब 42 ईयर्स ही है, काफ़ी ज़्यादा एज भी नहीं, काफ़ी यंग है। मतलब इन्नी छोटी उम्र ਵਿੱਚ ਇੰਨਾ ਕੁਝ ਅਚੀਵ ਕਰਨਾ ਬਹੁਤ ਜ਼ਿਆਦਾ ਵੱਡੀ ਗੱਲ ਹੈਗੀ ਹੈ। ਉਹ ਇੱਕ ਅਜਿਹਾ ਦੇਸ਼ ਜੋ ਹਰ ਹਿਸਾਬ ਦੇ ਨਾਲ ਬਹੁਤ ਅੱਗੇ ਹੈ, ਬਹੁਤ ਪ੍ਰੋਗਰੈਸਿਵ ਹੈ ਯੂਕੇ। ਤਾਂ ਇਟਸ ਇੰਡੀਡ ਬਹੁਤ ਹੀ ਪ੍ਰਾਊਡ ਵਾਲੀ ਗੱਲ ਹੈ ਇੰਡੀਅਨਸ ਲਈ। ਸਾਡੇ ਨਾਲ ਇਹ ਯੰਗਸਟਰ ਸੀਗੇ, ਯੰਗ ਲੜਕੀਆਂ ਸੀਗੀਆਂ, ਔਰ ਇਹਨਾਂ ਨੇ ਆਪਣੇ ਜਿਹੜੇ ਵਿਚਾਰ ਨੇ ਸਾਡੇ ਨਾਲ ਸਾਂਝੇ ਕੀਤੇ ਨੇ ਰਿਸ਼ੀ ਸੁਨਕ ਦੇ ਯੂਕੇ ਦੇ ਪ੍ਰਾਈਮ ਮਿਨਿਸਟਰ ਬਣਨ 'ਤੇ।